ਗੁਰਮੁਖੋ ਜਿਸ ਪਾਵਨ ਪਵਿੱਤਰ ਖੰਡੇ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਪੰਥ ਪ੍ਰਗਟ ਕੀਤਾ, ਖਾਲਸਾ ਪ੍ਰਗਟ ਕੀਤਾ, ਉਸ ਪਾਵਨ ਪਵਿੱਤਰ ਖੰਡੇ ਦੇ ਸਤਿਗੁਰਾਂ ਦੇ ਹੋਰ ਪੁਰਾਤਨ ਇਤਿਹਾਸਕ ਸ਼ਾਸਤਰਾਂ ਦੇ ਦਰਸ਼ਨ, ਸ਼ਹੀਦਾਂ ਦੇ ਗੁਰਸਿੱਖਾਂ ਦੇ ਸ਼ਾਸਤਰਾਂ ਦਰਸ਼ਨ ਆਪ ਜੀ ਨੂੰ ਕਰਵਾਏ ਜਾਣਗੇ। ਸ਼ਾਸਤਰ ਦਰਸ਼ਨ ਕਰਨ ਤੋਂ ਪਹਿਲਾਂ ਸਾਰੀ ਸੰਗਤ ਮਨ ਬਿਰਤੀ ਇਕਾਗਰ ਕਰਕੇ ਇੱਕ ਵਾਰ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰ ਸੰਗਤ ਜੀ, ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਹੈ ਉਹ ਪਾਵਨ ਪਵਿੱਤਰ ਦੋ ਧਾਰਾ ਸਰਬਲੋਹ ਦਾ ਫੌਲਾਦੀ ਖੰਡਾ, ਜਿਸ ਖੰਡੇ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪ੍ਰਗਟ ਕੀਤਾ, ਪੰਜ ਪਿਆਰੇ ਸਾਜੇ ਔਰ ਉਹਨਾਂ ਦੇ ਪਾਸੋਂ ਆਪ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹ ਉਹ ਪਾਵਨ ਪਵਿੱਤਰ ਦੋ ਧਾਰਾ ਫੌਲਾਦੀ ਖੰਡਾ ਹੈ। ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਾਸਤਰ ਹੈ, ਇਸ ਦਾ ਨਾਮ ਹੈ ਕਟਾਰ। ਸਤਿਗੁਰਾਂ ਦੇ ਕਮਰ ਕੱਸੇ ਦਾ ਇਹ ਸ਼ਾਸਤਰ ਹੈ, ਬਹੁਤ ਹੀ ਤੇਗ ਤਿੱਖਾ ਔਰ ਮਾਰ ਕਰਨ ਵਾਲਾ ਸ਼ਾਸਤਰ ਹੈ। ਸਤਿਗੁਰਾਂ ਦੇ ਇਹ ਦੋਨੋਂ ਪਾਵਨ ਸ਼ਾਸਤਰ ਤਖਤ ਸਾਹਿਬ ਜੀ ਵਿਖੇ ਸ਼ੋਭਾ ਪਾਉਂਦੇ ਹਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ ਇਸ ਪਾਵਨ ਸ਼ਾਸਤਰ ਦਾ ਨਾਮ ਹੈ ਨਾਗਣੀ ਵਰਸ਼ਾ। ਇਹ ਸਤਿਗੁਰਾਂ ਦੇ ਖਜ਼ਾਨੇ ਦਾ ਸ਼ਾਸਤਰ ਹੈ। ਜਦੋਂ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰੇ ਪਾਏ, ਕਈ ਮਹੀਨੇ ਤੱਕ ਘੇਰੇ ਪਾਈ ਰੱਖੇ, ਆਪਣੀ ਕਿਸੇ ਪ੍ਰਕਾਰ ਦੀ ਕੋਈ ਵਾਹ ਪੇਸ਼ ਨਾ ਜਾਂਦੀ ਵੇਖ ਕੇ ਪਹਾੜੀਆਂ ਨੇ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਕਿ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਉੱਤੇ ਫੌਲਾਦੀ ਤਵੀਆਂ ਬੀੜ ਕੇ ਉਹਦੀ ਸੁੰਡ ਨਾਲ ਤੇਗ ਧਾਰ ਕਿਰਪਾਨਾਂ ਬੰਨ੍ਹ ਕੇ ਉਹਨੂੰ ਕਿਲ੍ਹਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ ਤੋਰਿਆ ਜਾਏ। ਗੁਰਮੁਖੋ ਕਿਲ੍ਹਾ ਲੋਹਗੜ੍ਹ ਸਾਹਿਬ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰਾਂ ਦਾ ਹਥਿਆਰ ਬਣਾਉਣ ਵਾਲਾ ਕਾਰਖਾਨਾ ਹੋਇਆ ਕਰਦਾ ਸੀ ਔਰ ਸਤਿਗੁਰੂ ਜੀ ਉੱਥੇ ਹਥਿਆਰ ਜਮ੍ਹਾਂ ਕਰਕੇ ਰੱਖਿਆ ਕਰਦੇ ਸਨ। ਉਹਨਾਂ ਦੀ ਨੀਅਤ ਸੀ ਜੇਕਰ ਹਾਥੀ ਜਾ ਕੇ ਦਰਵਾਜ਼ੇ ਨੂੰ ਟੱਕਰ ਮਾਰੇਗਾ, ਦਰਵਾਜ਼ਾ ਟੁੱਟ ਜਾਏਗਾ, ਹਾਥੀ ਦੇ ਸਮੇਤ ਫੌਜਾਂ ਅੰਦਰ ਵੜ ਕੇ ਕਿਲ੍ਹੇ ਉੱਪਰ ਕਬਜ਼ਾ ਕਰ ਲੈਣਗੀਆਂ, ਜਾਂ ਤਾਂ ਅਸੀਂ ਗੁਰੂ ਸਾਹਿਬ ਨੂੰ ਜਿਉਂਦੇ ਗ੍ਰਿਫਤਾਰ ਕਰ ਲਵਾਂਗੇ ਜਾਂ ਗੁਰੂ ਸਾਹਿਬ ਨੂੰ ਅਸੀਂ ਸ਼ਹੀਦ ਕਰ ਸਕਾਂਗੇ। ਉਹਨਾਂ ਦੀ ਇਸ ਸਕੀਮ ਦਾ ਪਤਾ ਗੁਰਸਿੱਖਾਂ ਨੂੰ ਔਰ ਗੁਰੂ ਸਾਹਿਬ ਨੂੰ ਲੱਗਾ। ਗੁਰਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਜਾ ਕੇ ਉਸ ਮਸਤ ਹਾਥੀ ਦਾ ਮੁਕਾਬਲਾ ਕਰੀਏ। ਤੇ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਥਾਪੜਾ ਦੇ ਕੇ ਆਪਣੇ ਖਜ਼ਾਨੇ ਦਾ ਇਹ ਸ਼ਾਸਤਰ ਨਾਗਣੀ ਵਰਸ਼ਾ ਹੱਥ ਵਿੱਚ ਸੌਂਪ ਕੇ ਮੈਦਾਨੇ ਜੰਗ ਵੱਲ ਤੋਰਿਆ। ਭਾਈ ਸਾਹਿਬ ਜੀ ਮੈਦਾਨੇ ਜੰਗ ਵਿੱਚ ਆਏ, ਹਾਥੀ ਦੀ ਸੁੰਡ ਨਾਲ ਬੰਨੀਆਂ ਹੋਈਆਂ ਕਿਰਪਾਨਾਂ ਤੋਂ ਬਚਦੇ ਹੋਏ ਘੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਇਸ ਨਾਗਣੀ ਵਰਸ਼ੇ ਦਾ ਇੰਨਾ ਭਰਪੂਰ ਜ਼ਬਰਦਸਤ ਵਾਰ ਹਾਥੀ ਦੇ ਮੱਥੇ ਤੇ ਕਰਦੇ ਨੇ ਕਿ ਇਹ ਨਾਗਣੀ ਵਰਸ਼ਾ ਉਹ ਫੌਲਾਦੀ ਤਵੀਆਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਵਿੱਚ ਖੁੱਭ ਜਾਂਦਾ ਹੈ। ਬੜੀ ਫੁਰਤੀ ਨਾਲ ਮਧਾਣੀ ਵਾਂਗੂ ਰਿੜ ਕੇ ਇਸ ਵਰਸ਼ੇ ਨੂੰ ਬਾਹਰ ਕੱਢਦੇ ਨੇ। ਹਾਥੀ ਦੇ ਮੱਥੇ ਵਿੱਚੋਂ ਖੂਨ ਦੀਆਂ ਫੁਹਾਰਾਂ ਛੁੱਟਦੀਆਂ। ਹਾਥੀ ਚੀਕਾਂ ਮਾਰਦਾ, ਝੰਗਾੜਦਾ, ਆਪਣੇ ਹੀ ਸਾਥੀਆਂ ਨੂੰ ਕੱਟਦਾ, ਵੱਢਦਾ, ਲਿਤਾੜਦਾ ਹੋਇਆ ਪਿਛਾਂਹ ਨੂੰ ਮੁੜ ਜਾਂਦਾ ਤੇ ਭਾਈ ਬਚਿੱਤਰ ਸਿੰਘ ਸਾਹਿਬ ਫਤਿਹ ਪਾ ਕੇ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੇ ਨੇ। ਭਾਈ ਸਾਹਿਬ ਜੀ ਦੀ ਬਹਾਦਰੀ ਦੀ ਇਹ ਨਿਸ਼ਾਨੀ ਨਾਗਣੀ ਵਰਸ਼ਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ ਇਸ ਸ਼ਾਸਤਰ ਦਾ ਨਾਮ ਹੈ ਕਰਪਾ ਵਰਸ਼ਾ। ਹੱਥ ਵਰਗਾ ਚੌੜਾ ਹੋਣ ਕਰਕੇ ਇਸ ਦਾ ਨਾਮ ਹੈ ਕਰਪਾ ਵਰਸ਼ਾ। ਇਸ ਵਰਸ਼ੇ ਦੇ ਨਾਲ ਇਤਿਹਾਸ ਦੀਆਂ ਦੋ ਸਾਖੀਆਂ ਪ੍ਰਸਿੱਧ ਨੇ। ਦਸ਼ਮੇਸ਼ ਪਿਤਾ ਜੀ ਦਾ ਆਨੰਦ ਕਾਰਜ ਗੁਰੂ ਕੇ ਲਾਹੌਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੇ ਨਾਲ ਹੋਣਾ ਸੀ। ਸਥਾਨਕ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਪੀਣ ਵਾਲੇ ਪਾਣੀ ਦੀ ਬੜੀ ਭਾਰੀ ਕਿੱਲਤ ਹੈ। ਸਤਿਗੁਰਾਂ ਨੇ ਇਹ ਕਰਪਾ ਵਰਸ਼ਾ ਆਪਣੇ ਹੱਥ ਵਿੱਚ ਲੈ ਕੇ ਧਰਤੀ ਵਿੱਚ ਵੱਖ-ਵੱਖ 3 ਥਾਵਾਂ ਤੇ ਮਾਰ ਕੇ ਪੁੱਟਿਆ ਔਰ ਤਿੰਨਾਂ ਹੀ ਥਾਵਾਂ ਤੋਂ ਨਿਰਮਲ ਜਲ ਦੀਆਂ ਧਾਰਾ ਵਹਿ ਤੁਰੀਆਂ। ਨਾਮ ਰੱਖ ਦਿੱਤਾ ਤਰਬੈਣੀ ਸਾਹਿਬ। ਗੁਰਸਿੱਖ ਸੰਗਤਾਂ ਨੇ, ਇਲਾਕਾ ਨਿਵਾਸੀ ਸੰਗਤਾਂ ਨੇ ਉਸ ਸੀਤਲ ਜਲ ਨੂੰ ਛਕਿਆ, ਸ਼ਾਂਤੀ ਪ੍ਰਾਪਤ ਕੀਤੀ। ਇਹ ਅਸਥਾਨ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਦੇ ਬਿਲਕੁਲ ਸਾਹਮਣੇ ਸੁਭਾਇਮਾਨ ਹੈ। ਨਾਮ ਹੈ ਤਰਬੈਣੀ ਸਾਹਿਬ। ਦੂਜੀ ਸਾਖੀ ਇਸ ਵਰਸ਼ੇ ਦੇ ਨਾਲ ਇਹ ਪ੍ਰਸਿੱਧ ਹੈ ਕਿ ਜਦੋਂ ਹਾਥੀ ਵਾਲੀ ਸਕੀਮ ਵਿੱਚ ਪਹਾੜੀਏ ਕਾਮਯਾਬ ਨਾ ਹੋਏ
ਫਿਰ ਸਾਰੇ ਰਾਜਿਆਂ ਨੇ ਇੱਕ ਮੀਟਿੰਗ ਕੀਤੀ। ਉਸ ਮੀਟਿੰਗ ਵਿੱਚ ਰਾਜਾ ਕੇਸਰੀ ਚੰਦ ਕਸਮ ਖਾਂਦਾ ਹੈ ਕਿ ਇਸ ਵਾਰ ਫੌਜ ਦੀ ਅਗਵਾਈ ਮੈਂ ਕਰਾਂਗਾ, ਮੈਂ ਗੁਰੂ ਕਲਗੀਧਰ ਪਾਤਸ਼ਾਹ ਦਾ ਸੀਸ ਧੜ ਤੋਂ ਅਲੱਗ ਕਰਕੇ ਲਿਆਵਾਂਗਾ ਜਾਂ ਜਿਉਂਦੇ ਗ੍ਰਿਫਤਾਰ ਕਰਾਂਗੇ। ਜੇ ਐਸਾ ਨਾ ਕਰ ਸਕਿਆ ਵਾਪਸ ਆ ਕੇ ਤੁਹਾਨੂੰ ਆਪਣਾ ਮੂੰਹ ਨਹੀਂ ਵਿਖਾਉਂਦਾ। ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ, ਗੁਰੂ ਸਾਹਿਬ ਨੂੰ ਪਤਾ ਲੱਗਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਸ ਦੁਸ਼ਟ ਰਾਜੇ ਨੇ ਇਹ ਕਹਿਣ ਦੀ ਜੁਰਤ ਕੀਤੀ ਹੈ ਕਿ ਤੁਹਾਡਾ ਸੀਸ ਧੜ ਤੋਂ ਅਲੱਗ ਕਰੇਗਾ, ਤੁਸੀਂ ਸਾਡੇ ਤੇ ਕਿਰਪਾ ਕਰੋ, ਅਸੀਂ ਉਸ ਦੁਸ਼ਟ ਰਾਜੇ ਦਾ ਸਿਰ ਧੜ ਤੋਂ ਲਾਹ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰੀਏ। ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਸਾਹਿਬ ਦੇ ਭਰਾਤਾ ਭਾਈ ਉਦੈ ਸਿੰਘ ਸਾਹਿਬ ਨੂੰ ਆਪਣੇ ਖਜ਼ਾਨੇ ਦਾ ਇਹ ਸ਼ਾਸਤਰ ਕਰਪਾ ਵਰਸ਼ਾ ਸੌਂਪ ਕੇ ਥਾਪੜਾ ਦੇ ਕੇ ਤੇ ਮੈਦਾਨੇ ਜੰਗ ਵੱਲ ਤੋਰਿਆ। ਭਾਈ ਸਾਹਿਬ ਜੀ ਮੈਦਾਨੇ ਜੰਗ ਵਿੱਚ ਆਉਂਦੇ ਨੇ, ਰਾਜੇ ਦੇ ਨਾਲ ਭੇਂਟ ਹੁੰਦੀ ਹੈ, ਉਹਦੇ ਵਾਰਾਂ ਤੋਂ ਬਚਦੇ ਹੋਏ ਆਪਣੇ ਸ੍ਰੀ ਸਾਹਿਬ ਦਾ ਇੰਨਾ ਭਰਪੂਰ ਵਾਰ ਉਹਦੀ ਗਰਦਨ ਤੇ ਕਰਦੇ ਨੇ ਕਿ ਉਹਦਾ ਸਿਰ ਧੜ ਤੋਂ ਅਲੱਗ ਹੋ ਜਾਂਦਾ ਹੈ। ਇਸ ਕਰਪੇ ਵਰਸ਼ੇ ਵਿੱਚ ਰਾਜੇ ਦਾ ਸਿਰ ਪਰੋ ਕੇ ਤੇ ਭਾਈ ਸਾਹਿਬ ਪਛਾਹ ਨੂੰ ਮੁੜਦੇ ਨੇ। ਪਿੱਛੋਂ ਗੋਲੀਆਂ ਤੇ ਤੀਰਾਂ ਦੀ ਵਰਖਾ ਕੀਤੀ ਜਾਂਦੀ ਹੈ। ਕੋਈ ਵੀ ਗੋਲੀ ਜਾਂ ਤੀਰ ਭਾਈ ਸਾਹਿਬ ਨੂੰ ਨਹੀਂ ਲੱਗਦਾ, ਪਰ ਦੋ ਗੋਲੀਆਂ ਇਸ ਵਰਸ਼ੇ ਉੱਪਰ ਜ਼ਰੂਰ ਲੱਗਦੀਆਂ ਨੇ। ਇੱਕ ਗੋਲੀ ਦਾ ਨਿਸ਼ਾਨ ਵਰਸ਼ੇ ਦੀ ਮੁਖੀ ਉੱਪਰ ਸਾਹਮਣੇ ਦਰਸ਼ਨ ਕਰ ਸਕਦੇ ਹੋ ਮੌਜੂਦ ਹੈ। ਇੱਕ ਗੋਲੀ ਦਾ ਨਿਸ਼ਾਨ ਇਸ ਵਰਸ਼ੇ ਦੇ ਪਿਛਲੇ ਪਾਸੇ ਮੁੱਠੇ ਦੇ ਉੱਤੇ ਆਪ ਦਰਸ਼ਨ ਕਰ ਸਕਦੇ ਹੋ ਮੌਜੂਦ ਹੈ। ਭਾਈ ਸਾਹਿਬ ਜੀ ਦੀ ਬਹਾਦਰੀ ਦੀ ਇਹ ਨਿਸ਼ਾਨੀ ਕਰਪਾ ਵਰਸ਼ਾ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਸੰਗਤ ਜੀ, ਇਹ ਬੰਦੂਕ ਦਸ਼ਮੇਸ਼ ਪਿਤਾ ਜੀ ਦੇ ਦਸਤੇ ਮੁਬਾਰਕ ਦੀ ਬੰਦੂਕ ਹੈ। ਇਹ ਕਿਸੇ ਗੁਰੂ ਕੇ ਪਿਆਰੇ ਸਿੱਖ ਨੇ ਤਿਆਰ ਕਰਕੇ ਗੁਰੂ ਸਾਹਿਬ ਨੂੰ ਭੇਟ ਕੀਤੀ। ਇਹਦੀ ਬੈਰਲ ਦੇ ਉੱਪਰ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਕਾਰਖਾਨਾ ਲਾਹੌਰ, ਸਤਿਗੁਰਾਂ ਦੇ ਦਸਤੇ ਮੁਬਾਰਕ ਦੀ ਇਹ ਬੰਦੂਕ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰਮੁਖੋ, ਇਸ ਪਾਵਨ ਸ਼ਸਤਰ ਦਾ ਨਾਮ ਹੈ ਸੈਫ, ਦੂਸਰਾ ਇਸ ਦਾ ਨਾਮ ਹੈ ਜ਼ੁਲਫਕਾਰ। ਇਸਲਾਮ ਧਰਮ ਦਾ ਇਹ ਪੈਗੰਬਰੀ ਬਹੁਤ ਪਵਿੱਤਰ ਸ਼ਸਤਰ ਹੈ। ਹਜ਼ਰਤ ਮੁਹੰਮਦ ਸਾਹਿਬ ਇਸ ਸ਼ਸਤਰ ਨੂੰ ਆਪਣੇ ਹੱਥਾਂ ਵਿੱਚ ਪਕੜ ਕੇ ਰੱਖਿਆ ਕਰਦੇ ਸਨ। ਔਰੰਗਜ਼ੇਬ ਬਾਦਸ਼ਾਹ ਜਦੋਂ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਜਾਂਦਾ ਹੈ, ਉੱਥੋਂ ਦੇ ਖਲੀਫੇ ਇਹ ਜਾਣ ਕੇ ਇਹ ਸੈਫ ਉਹਨੂੰ ਭੇਟ ਕਰਦੇ ਨੇ ਕਿ ਔਰੰਗਜ਼ੇਬ ਨੇ ਹਿੰਦੁਸਤਾਨ ਵਿੱਚ ਇਸਲਾਮ ਦੇ ਵਾਧੇ ਵਾਸਤੇ ਬਹੁਤ ਕੰਮ ਕੀਤਾ। ਔਰੰਗਜ਼ੇਬ ਬਾਦਸ਼ਾਹ ਇਸ ਸੈਫ ਨੂੰ ਲਿਆ ਕੇ ਬੜੇ ਅਦਬ ਸਹਿਤ ਆਪਣੇ ਤੋਸ਼ੇਖਾਨੇ ਵਿੱਚ ਆਗਰੇ ਦੇ ਕਿਲੇ ਵਿੱਚ ਰੱਖ ਦਿੰਦਾ। ਉਹਦੀ ਮੌਤ ਹੋ ਜਾਣ ਤੋਂ ਬਾਅਦ ਉਹਦੇ ਦੋ ਪੁੱਤਰਾਂ ਤਾਰਾ ਆਜਮ ਅਤੇ ਸ਼ਹਿਜ਼ਾਦਾ ਮੁਅੱਜ਼ਮ ਵਿੱਚ ਤਖਤ ਹਾਸਲ ਕਰਨ ਵਾਸਤੇ ਲੜਾਈ ਸ਼ੁਰੂ ਹੁੰਦੀ ਹੈ। ਸ਼ਹਿਜ਼ਾਦਾ ਮੁਅੱਜ਼ਮ ਭਾਈ ਨੰਦ ਲਾਲ ਸਾਹਿਬ ਜੀ ਦੇ ਰਾਹੀਂ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕਰਦਾ, ਮਹਾਰਾਜ ਜੇਕਰ ਆਪ ਜੀ ਜੰਗ ਵਿੱਚ ਮੇਰੀ ਸਹਾਇਤਾ ਕਰੋ ਤੇ ਮੈਂ ਆਪਣਾ ਹੱਕ ਹਿੰਦੁਸਤਾਨ ਦਾ ਤਖਤ ਹਾਸਲ ਕਰ ਸਕਦਾ ਹਾਂ। ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕੀਤਾ, ਜੰਗ ਵਿੱਚ ਉਹਦੀ ਸਹਾਇਤਾ ਕੀਤੀ। ਉਹ ਜੰਗ ਜਿੱਤ ਜਾਂਦਾ, ਆਪਣੇ ਨਾਮ ਨਾਲ ਉਹ ਲਕਬ ਲਾ ਲੈਂਦਾ ਹੈ ਬਹਾਦਰ ਸ਼ਾਹ। ਉਹਦੀ ਤਾਜਪੋਸ਼ੀ ਹੁੰਦੀ ਹੈ ਆਗਰੇ ਦੇ ਕਿਲੇ ਵਿੱਚ। ਆਪਣੇ ਤਾਜਪੋਸ਼ੀ ਸਮਾਗਮ ਵਿੱਚ ਜਿੱਥੇ ਹੋਰ ਰਾਜੇ ਮਹਾਰਾਜੇ ਪੀਰ ਫਕੀਰ ਸੱਦਦਾ, ਉੱਥੇ ਬੜੇ ਅਦਬ ਸਹਿਤ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਮੈਂ ਹਿੰਦੁਸਤਾਨ ਦਾ ਤਖਤ ਹਾਸਲ ਕਰ ਸਕਿਆ ਹਾਂ, ਮੇਰੇ ਤਾਜਪੋਸ਼ੀ ਸਮਾਗਮ ਵਿੱਚ ਆਪ ਜੀ ਜ਼ਰੂਰ ਆਓ। ਸਤਿਗੁਰੂ ਉਹਦੀ ਬੇਨਤੀ ਪ੍ਰਵਾਨ ਕਰਕੇ ਉੱਥੇ ਜਾਂਦੇ ਨੇ। ਬੜੇ ਅਦਬ ਸਹਿਤ ਉੱਚੀ ਥਾਂ ਤੇ ਸਤਿਗੁਰਾਂ ਨੂੰ ਬਿਠਾਉਂਦਾ। ਸਮਾਗਮ ਤੋਂ ਬਾਅਦ ਗੁਰੂ ਸਾਹਿਬ ਨੂੰ ਕਿਤੇ ਹੋਰ ਕੀਮਤੀ ਵਸਤੂਆਂ ਭੇਟ ਕਰਦਾ। ਉੱਥੇ ਆਪਣਾ ਇਹ ਪੈਗੰਬਰੀ ਸ਼ਾਸਤਰ ਗੁਰੂ ਸਾਹਿਬ ਨੂੰ ਇਹ ਕਹਿ ਕੇ ਭੇਟ ਕਰਦਾ ਕਿ ਮਹਾਰਾਜ ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਾਸਤਰ ਹੈ। ਹਜ਼ਰਤ ਮੁਹੰਮਦ ਸਾਹਿਬ ਇਹ ਸ਼ਾਸਤਰ ਨੂੰ ਆਪਣੇ ਹੱਥਾਂ ਵਿੱਚ ਪਕੜਿਆ ਕਰਦੇ ਸਨ। ਆਪ ਜੀ ਕਬੂਲ ਫਰਮਾਓ, ਕਿਉਂਕਿ ਇਸ ਵੇਲੇ ਸੰਸਾਰ ਵਿੱਚ ਤੁਹਾਡੇ ਤੋਂ ਵੱਡਾ ਹੋਰ ਕੋਈ ਪੈਗੰਬਰ ਨਹੀਂ। ਸਤਿਗੁਰਾਂ ਨੇ ਉਹਦੀ ਦਿੱਤੀ ਹੋਈ ਭੇਟ ਨੂੰ ਪ੍ਰਵਾਨ ਕੀਤਾ, ਕਬੂਲ ਕੀਤਾ। ਉਦੋਂ ਤੋਂ ਇਹ ਸੈਫ ਖਾਲਸਾ ਪੰਥ ਦੇ ਪਾਸ ਹੈ ਔਰ ਤਖਤ ਸਾਹਿਬ ਵਿਖੇ ਬਹੁਤ ਅਦਬ ਸਹਿਤ ਬਿਰਾਜਮਾਨ ਕੀਤੀ ਹੋਈ ਹੈ। ਇਹਦੇ ਉੱਪਰ ਕੁਰਾਨ ਦੀਆਂ ਕੁਝ ਆਇਤਾਂ ਲਿਖੀਆਂ ਹੋਈਆਂ ਨੇ ਔਰ ਇਸਲਾਮ ਧਰਮ ਦਾ ਚੰਦ ਅਤੇ ਤਾਰੇ ਦਾ ਨਿਸ਼ਾਨ ਇਸ ਸੈਫ ਦੇ ਉੱਪਰ ਮੌਜੂਦ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਗੁਰੂ ਸਵਾਰਿਓ, ਇਹ ਦੋਨੋਂ ਸ਼ਸਤਰ ਗੁਰੂ ਸਾਹਿਬ ਦੇ ਕਮਰ ਕੱਸੇ ਦੇ ਸ਼ਸਤਰ ਨੇ। ਸੱਜੇ ਹੱਥ ਵਾਲੇ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ। ਦੁਸ਼ਮਣ ਜੰਗ ਵਿੱਚ ਆਪਣੇ ਸਰੀਰ ਉੱਪਰ ਲੋਹੇ ਦੀਆਂ ਤਾਰਾਂ ਦਾ ਬਣਿਆ ਹੋਇਆ ਕੋਟ, ਜਿਸ ਨੂੰ ਆਪਾਂ ਸੰਜੋਗ ਆਖਦੇ ਹਾਂ, ਉਹ ਪਹਿਨ ਕੇ ਰੱਖਦਾ ਹੈ। ਸਤਿਗੁਰੂ ਜੀ ਇਸ ਸ਼ਮਸ਼ੀਰੇ ਤੇਗ ਨਾਲ ਦੁਸ਼ਮਣ ਦੇ ਸਰੀਰ ਉੱਪਰ ਪੁਰਜ਼ੋਰ ਵਾਰ ਕਰਦੇ। ਇਹ ਸ਼ਮਸ਼ੀਰੇ ਤੇਗ ਲੋਹੇ ਦੀਆਂ ਤਾਰਾਂ ਨੂੰ ਕੱਟ ਕੇ ਦੁਸ਼ਮਣ ਦੇ ਅੰਦਰ ਧੱਸ ਕੇ ਤੇ ਉਹਨੂੰ ਸਦਾ ਦੀ ਨੀਂਦ ਸੁਆਂਦਿਆ ਕਰਦੀ ਸੀ। ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ। ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਦਾ ਨਾਮ ਹੈ ਦਾਹੇ ਅਹਨੀ। ਦੁਸ਼ਮਣ ਆਪਣੇ ਸਿਰ ਦੇ ਉੱਪਰ ਜੰਗ ਵਿੱਚ ਲੋਹੇ ਦਾ ਇੱਕ ਟੋਪ ਪਾ ਕੇ ਰੱਖਦਾ ਹੈ। ਸਤਿਗੁਰੂ ਜੀ ਇਸ ਦਾਹੇ ਅਹਨੀ ਦੇ ਨਾਲ ਦੁਸ਼ਮਣ ਦੇ ਸਿਰ ਦੇ ਉੱਤੇ ਪਾਏ ਹੋਏ ਟੋਪ ਉੱਪਰ ਵਾਰ ਕਰਦੇ। ਇਹ ਲੋਹੇ ਦੇ ਟੋਪ ਨੂੰ ਕੱਟ ਕੇ ਦੁਸ਼ਮਣ ਦੇ ਸਿਰ ਅੰਦਰ ਧੱਸ ਕੇ ਤੇ ਉਹਨੂੰ ਸਦਾ ਦੀ ਨੀਂਦ ਸੁਆਂਦਿਆ ਕਰਦੀ ਸੀ। ਸਤਿਗੁਰਾਂ ਦੇ ਕਮਰ ਕੱਸੇ ਦੇ ਇਹ ਦੋਨੋਂ ਸ਼ਸਤਰ ਸ਼ਮਸ਼ੀਰੇ ਤੇਗ ਅਤੇ ਦਾਹੇ ਅਹਨੀ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰ ਸੰਗਤ ਜੀ, ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਦਾ ਨਾਮ ਹੈ ਚੱਕਰ। ਇਹ ਕਿਸੇ ਗੁਰੂ ਕੇ ਪਿਆਰੇ ਸਿੱਖ ਨੇ ਤਿਆਰ ਕਰਕੇ ਇਸ ਦੇ ਉੱਪਰ ਸਤਿਗੁਰਾਂ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀਆਂ 22 ਪੌੜੀਆਂ ਉੱਕਰ ਕੇ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ। ਸਤਿਗੁਰਾਂ ਨੇ ਗੁਰਬਾਣੀ ਔਰ ਸ਼ਸਤਰ ਦਾ ਸਨਮਾਨ ਕਰਦਿਆਂ ਹੋਇਆ ਇਸ ਚੱਕਰ ਨੂੰ ਆਪਣੇ ਸੀਸ ਉੱਪਰ ਸਜਾਏ ਹੋਏ ਦੁਮਾਲੇ ਉੱਤੇ ਸਜਾਉਣਾ ਕੀਤਾ, ਜੋ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਹਰ ਇੱਕ ਸਿੱਖ ਵਾਸਤੇ ਗੁਰਬਾਣੀ ਔਰ ਸ਼ਸਤਰ ਦਾ ਸਨਮਾਨ ਕਰਨਾ ਕਿੰਨਾ ਜ਼ਰੂਰੀ ਹੈ। ਗੁਰੂ ਹਰਿ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਜਿਨ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਸਤਿਗੁਰਾਂ ਦਾ ਇਹ ਪਾਵਨ ਸ਼ਸਤਰ ਚੱਕਰ ਤਖਤ ਸਾਹਿਬ ਵਿਖੇ ਸ਼ੋਭਾ ਪਾਉਂਦਾ ਹੈ। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜਾ ਸ਼ਸਤਰ ਹੈ, ਇਸ ਦਾ ਨਾਮ ਹੈ ਢਾਲ। ਗੈਂਡੇ ਦੀ ਖਲ ਦੀ ਬਣੀ ਹੋਈ ਹੈ। 350 ਸਾਲ ਤੋਂ ਜ਼ਿਆਦਾ ਇਹ ਢਾਲ ਪੁਰਾਣੀ ਹੈ, ਅੱਜ ਵੀ ਬਹੁਤ ਵਧੀਆ ਹਾਲਤ ਵਿੱਚ ਹੈ। ਉਸ ਵੇਲੇ ਦਾ ਕੋਈ ਵੀ ਵਾਰ, ਕੋਈ ਵੀ ਹਥਿਆਰ ਇਸ ਢਾਲ ਉੱਪਰ ਕੱਟ ਨਹੀਂ ਸੀ ਕਰ ਸਕਦਾ। ਇਹ ਦੋਨੋਂ ਸ਼ਸਤਰ ਚੱਕਰ ਔਰ ਢਾਲ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰਮੁਖੋ, ਇਹ ਦੋਨੋਂ ਸ਼ਸਤਰ ਬਰਸ਼ਾ ਔਰ ਬਰਸ਼ੀ। ਸੱਜੇ ਹੱਥ ਵਾਲਾ ਸ਼ਸਤਰ ਹੈ ਬਰਸ਼ਾ, ਖੱਬੇ ਹੱਥ ਵਾਲਾ ਸ਼ਸਤਰ ਹੈ ਬਰਸ਼ੀ। ਇਹ ਦਸ਼ਮੇਸ਼ ਪਿਤਾ ਜੀ ਦੇ ਹਨ। ਸੱਜੇ ਹੱਥ ਵਾਲਾ ਸ਼ਸਤਰ ਬਰਸ਼ਾ ਹਾਥੀ ਉੱਤੇ ਅਸਵਾਰ ਹੋ ਕੇ ਜੰਗ ਵਿੱਚ ਵਰਤਿਆ ਜਾਂਦਾ ਹੈ, ਔਰ ਖੱਬੇ ਹੱਥ ਵਾਲਾ ਸ਼ਸਤਰ ਘੋੜੇ ਤੇ ਅਸਵਾਰ ਹੋ ਕੇ ਜੰਗ ਵਿੱਚ ਵਰਤਿਆ ਜਾਂਦਾ ਹੈ, ਔਰ ਆਪਣੇ ਹੱਥੋਂ ਚਲਾ ਕੇ ਵੀ ਦੁਸ਼ਮਣ ਦੇ ਉੱਤੇ ਵਾਰ ਕੀਤਾ ਜਾ ਸਕਦਾ ਹੈ। ਇਹ ਦੋਨੋਂ ਸ਼ਸਤਰ ਬਰਸ਼ਾ ਅਤੇ ਬਰਸ਼ੀ ਦਸ਼ਮੇਸ਼ ਪਿਤਾ ਜੀ ਦੇ ਹਨ ਔਰ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। मेरी सदा को दबाना तो मुमकिन है, बदलते जमाने की रफ्तार कौन रोकेगा। फसीलो आतशो अहं बहुत बुलंद से हयात की ललकार कौन रोकेगा। मेरे ख्यालों की परवाज को रोकने वालों, हरगोबिंद की तलवार कौन रोकेगा। गुरमुखो, ये पावन तेगा मेरी पीरी दे मालक गुरु हरगोबिंद साहब जी महाराज दा। सतगुरां ने श्री अकाल तख्त साहब की रचना की। तखत ते सुभायमान हो के मीरी अते पीरी दियां 2 किरपानां धारण कीतियां और समुची सिख कौम नूं शस्त्रधारी होण दे हुक्मनामे जारी कीते, जिस तो सानूं ये सिੱਖਿਆ ਲੈਣੀ ਚਾਹੀਦੀ है कि हर एक सिख वास्ते शस्त्रधारी होना कितना कुछ जरूरी है। उस वक्त ते महान ब्रह्म ज्ञानी आद सिख सिੱਖੀ दे कुतबी सितारे बाबा बुढ़ा साहब जी वर्गे महापुरुषां ने भी अपने गात्रे किरपान धारण की, जिस तो सानू सिक्ख्या मिलती है कि हर एक सिख वास्ते शस्त्रधारी होना कितना जरूरी है। दशमेश पिता जी का बचन है, बिना तेग के संग नरंग भेड़ जानो, गहे कान तां को किते लै सिधानो। यह मोर आग्या सुन हो रे प्यारे, बिना तेग के संग न देऊं दिदारे। जब हमरे दर्शन को आवो, कारे स्नान तन शस्त्र सजावो। शस्त्र तो बिना ते केसां तो बिना सिख भेड़ दी न्याई है। गहे कान तां को किते लै सिधानो। जेड़े पासे मर्जी को कन्नों फड़ के लै जाए वो सिख भेड़ वर्गा है, जेड़ा केसां नूं धारण नहीं करदा और शस्त्र धारण नहीं करदा।
ਸੋ ਸਾਨੂੰ ਸਭ ਨੂੰ ਕੇਸਾਧਾਰੀ ਹੋਣਾ ਚਾਹੀਦਾ ਹੈ, ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ, ਸ਼ਸਤਰਧਾਰੀ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਪ੍ਰਥਮ ਰਹਿਤੀ ਹਜਾਨ ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲੈ। ਸਿੱਖ ਦੀ ਸਭ ਤੋਂ ਪਹਿਲੀ ਰਹਿਤ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, ਬਾਕੀ ਦੀਆਂ ਰਹਿਤਾਂ ਉਸ ਤੋਂ ਬਾਅਦ ਵਿੱਚ ਸ਼ੁਰੂ ਹੁੰਦੀਆਂ ਹਨ। ਮੇਰੇ ਪੀਰ ਦੇ ਮਾਲਕ ਦੀ ਇਹ ਪਾਵਨ ਨਿਸ਼ਾਨੀ ਤੇਗਾ ਤਖਤ ਸਾਹਿਬ ਵਿਖੇ ਸ਼ੋਭਾ ਪਾਉਂਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਹ ਮਾਣੀ, ਵੇਖ ਪਿਤਾ ਦੇ ਪੈਂਦੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਤੇ ਵੀਰਤਾ, ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਲਵੇਗੀ ਲੱਖਾਂ ਹੀ ਖੋਹ ਤੇਗਾਂ। ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ, ਇਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਹੈ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਪਿਤਾ ਗੁਰਦੇਵ ਮੇਰੇ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਸਹਾਇਤਾ ਕਰਦਿਆਂ ਹੋਇਆਂ ਕਰਤਾਰਪੁਰ ਦੀ ਜੰਗ ਲੜੀ। ਵੀਰਤਾ ਵੇਖ ਕੇ, ਸੂਰਮਤਾਈ ਵੇਖ ਕੇ ਮੇਰੇ ਪੀਰ ਦੇ ਮਾਲਕ ਨੇ ਲਕਬ ਦੇ ਦਿੱਤਾ ਤੇਗ ਬਹਾਦਰ। ਇਹ ਸ੍ਰੀ ਸਾਹਿਬ ਦੇ ਉੱਪਰ ਲਿਖਿਆ ਹੋਇਆ ਹੈ, ਸਤਿ ਸ਼੍ਰੀ ਅਕਾਲ ਤੇਗ ਬਹਾਦਰ ਸੰਮਤ 1713। ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ, ਇਹ ਦਸ਼ਮੇਸ਼ ਪਿਤਾ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਹਦੇ ਉੱਪਰ ਲਿਖਿਆ ਹੋਇਆ ਹੈ, ਸ੍ਰੀ ਭਗਵਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10। ਦੂਜੇ ਪਾਸੇ ਵੀ ਲਿਖਿਆ ਹੋਇਆ ਹੈ ਪਾਤਸ਼ਾਹੀ 10। ਇਹ ਦੋਨੋਂ ਸ੍ਰੀ ਸਾਹਿਬ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਗਾਤਰੇ ਦੀ ਸ੍ਰੀ ਸਾਹਿਬ ਤਖਤ ਸਾਹਿਬ ਵਿਖੇ ਸੁਭਾਇਮਾਨ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਸਵਾਰਿਓ, ਇਹ ਦੋਨੋਂ ਸ੍ਰੀ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗਾਤਰੇ ਦੀਆਂ ਹਨ। ਸੱਜੇ ਹੱਥ ਵਾਲੀ ਸ੍ਰੀ ਸਾਹਿਬ ਉੱਪਰ ਲਿਖਿਆ ਹੋਇਆ ਹੈ, ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਲਵਾਰ ਹੈਗੀ, ਵਧੇ ਦੇਗ ਤੇ ਜਾਂ ਤੇਗ ਤੇ। ਕਬਜੇ ਉੱਪਰ ਲਿਖਿਆ ਹੋਇਆ ਹੈ, ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਏ। ਭਾਈ ਸਾਹਿਬ ਦੇ ਖੱਬੇ ਹੱਥ ਵਿੱਚ ਜਿਹੜੀ ਸ੍ਰੀ ਸਾਹਿਬ ਹੈ, ਇਹ ਸ੍ਰੀ ਸਾਹਿਬ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ। ਇਹ ਦੋਨੋਂ ਸ੍ਰੀ ਸਾਹਿਬ ਤਖਤ ਸਾਹਿਬ ਵਿਖੇ ਸੁਭਾਇਮਾਨ ਹਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰ ਸੰਗਤ ਜੀ, ਇਸ ਸ਼ਸਤਰ ਦਾ ਨਾਮ ਹੈ ਭਾਲਾ। ਇਹ ਫੌਲਾਦੀ ਭਾਲਾ ਹੈ। ਦਸਮ ਪਾਤਸ਼ਾਹ ਜੀ ਇਸ ਭਾਲੇ ਨੂੰ ਆਪਣੇ ਦਸਤੇ ਮੁਬਾਰਕ ਵਿੱਚ ਰੱਖਿਆ ਕਰਦੇ ਸਨ। ਜਦ ਵੀ ਟਹਿਲਣ ਵਾਸਤੇ ਜਾਇਆ ਕਰਦੇ ਸਨ ਤਾਂ ਇਹ ਸਤਿਗੁਰਾਂ ਦੇ ਹੱਥ ਵਿੱਚ ਹੋਇਆ ਕਰਦਾ ਸੀ। ਗਾਹੇ ਬਗਾਹੇ ਕੋਈ ਦੁਸ਼ਮਣ ਹੱਲਾ ਕਰ ਦੇਵੇ ਤੇ ਸਤਿਗੁਰੂ ਜੀ ਇਸ ਭਾਲੇ ਦੇ ਨਾਲ ਦੁਸ਼ਮਣ ਨੂੰ ਪਾਰ ਬੁਲਾ ਦਿਆ ਕਰਦੇ ਸਨ। ਇਸ ਭਾਲੇ ਦੇ ਬਾਰੇ ਇਹ ਪ੍ਰਸਿੱਧ ਹੈ ਕਿ ਜੇਕਰ ਕੋਈ ਬਾਜੂਆਂ 'ਚ ਤਾਕਤ ਵਾਲਾ ਕੋਈ ਹੋਵੇ, ਜ਼ੋਰ ਵਾਲਾ ਕੋਈ ਹੋਵੇ, ਤੇ ਇਸ ਭਾਲੇ ਨੂੰ ਕੰਧ ਵਿੱਚ ਵੀ ਮਾਰੇ, ਇਹ ਭਾਲਾ ਕੰਧ ਵਿੱਚੋਂ ਵੀ ਪਾਰ ਹੋ ਸਕਦਾ ਹੈ। ਦਸਮ ਪਾਤਸ਼ਾਹ ਜੀ ਦਾ ਦਸਤੇ ਮੁਬਾਰਕ ਦਾ ਇਹ ਭਾਲਾ ਤਖਤ ਸਾਹਿਬ ਇੱਕ ਸ਼ੋਭਾ ਪਾਉਂਦਾ ਹੈ। ਕੁਝ ਹੋਰ ਸ਼ਾਸਤਰ ਆਪ ਜੀ ਉੱਪਰ ਦਰਸ਼ਨ ਕਰ ਸਕਦੇ ਹੋ। ਜਦੋਂ ਆਪ ਜੀ ਦਰਸ਼ਨ ਕਰਕੇ ਨਤਮਸਤਕ ਹੋ ਕੇ ਖੱਬੇ ਪਾਸਿਓਂ ਪਰਿਕਰਮਾ ਕਰੋਗੇ ਤੇ ਸ਼ੀਸ਼ੇ ਅੰਦਰੋਂ ਤੱਕੋਗੇ, ਸਾਹਮਣੇ ਇੱਕ ਬਾਕਸ ਲੱਗਾ। ਉਸ ਬਾਕਸ ਦੇ ਵਿੱਚ ਸਭ ਤੋਂ ਉੱਪਰ ਮੇਰੇ ਪੀਰ ਦੇ ਮਾਲਕ ਦਾ ਘੋੜੇ ਨੂੰ ਹੱਕਣ ਵਾਲਾ ਚਾਬੁਕ ਹੈ। ਉਸੇ ਬਾਕਸ ਦੇ ਅੰਦਰ ਦਸਮ ਪਾਤਸ਼ਾਹ ਜੀ ਦੇ 5 ਕਾਨੀ ਵਾਲੇ ਤੀਰ, ਇੱਕ ਸਰਬਲੋਹ ਦਾ ਤੀਰ ਔਰ ਇੱਕ 3.5 ਇੰਚ ਛੋਟੀ ਕਿਰਪਾਨ ਜੋ ਸਤਿਗੁਰੂ ਜੀ ਆਪਣੇ ਕੇਸਾਂ ਦੇ ਵਿੱਚ ਸਜਾਇਆ ਕਰਦੇ ਸਨ, ਉਹ ਦਰਸ਼ਨ ਆਪ ਜੀ ਕਰ ਸਕਦੇ ਹੋ। ਪਰਿਕਰਮਾ ਕਰਕੇ ਬਿਲਕੁਲ ਸਾਹਮਣੇ ਦੂਜੇ ਸ਼ੀਸ਼ੇ ਕੋਲ ਆਓਗੇ ਤੇ ਆਪ ਜੀ ਤੱਕੋਗੇ, ਉਹ ਸ਼ੀਸ਼ੇ ਦੇ ਬਿਲਕੁਲ ਨਾਲ 3 ਖਾਨਿਆਂ ਵਾਲਾ ਇੱਕ ਫਰੇਮ ਹੈ। ਸਭ ਤੋਂ ਉੱਪਰ ਦਸਮ ਪਾਤਸ਼ਾਹ ਜੀ ਦੇ ਹੱਥ ਲਿਖਤ ਗੁਰਬਾਣੀ ਦੀ ਪੋਥੀ ਜਿਸ ਦੇ 300 ਅੰਗ ਹਨ, ਉਹ ਬਿਰਾਜਮਾਨ ਨੇ। ਵਿਚਕਾਰਲੇ ਖਾਨੇ ਵਿੱਚ ਗੁਰੂ ਸਾਹਿਬ ਦਾ ਆਪਣੇ ਤਨ ਉੱਪਰ ਧਾਰਨ ਕਰਨ ਵਾਲਾ ਚੋਲਾ ਸੁਭਾਇਮਾਨ ਹੈ ਔਰ ਸਭ ਤੋਂ ਹੇਠਾਂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਕੇਸ ਅਤੇ ਕੰਘਾ ਆਪ ਦਰਸ਼ਨ ਕਰ ਸਕਦੇ ਹੋ। ਗੁਰਮੁਖੋ,
ਇਹ ਉਹ ਕੰਘਾ ਅਤੇ ਕੇਸ ਹਨ ਜੋ ਦਸਮ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਪਾਏ ਸਨ। ਭੰਗਾਣੀ ਦੀ ਜੰਗ ਖਤਮ ਹੋਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਗੁਰੂ ਸਾਹਿਬ ਜੀ ਦੇ ਕੋਲੋਂ ਜਾ ਕੇ ਆਗਿਆ ਮੰਗਦੇ ਨੇ ਕਿ ਸਤਿਗੁਰੂ ਜੀ ਜੰਗ ਦੀ ਸਮਾਪਤੀ ਹੋ ਚੁੱਕੀ ਹੈ, ਜੇਕਰ ਤੁਹਾਡੀ ਆਗਿਆ ਹੋਵੇ ਤੇ ਘਰ ਨੂੰ ਜਾ ਸਕਦੇ ਹਾਂ। ਸਤਿਗੁਰੂ ਜੀ ਉਸ ਵਕਤ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਤੁਸੀਂ ਸਾਡੀ ਬਹੁਤ ਸਹਾਇਤਾ ਕੀਤੀ ਹੈ, ਤੁਹਾਡੇ ਭਰਾ ਸ਼ਹੀਦ ਹੋਏ, ਤੁਹਾਡੇ ਪੁੱਤਰ ਸ਼ਹੀਦ ਹੋਏ, ਤੁਹਾਡੇ ਮੁਰੀਦ ਸ਼ਹੀਦ ਹੋ ਗਏ, ਦੱਸੋ ਤੁਹਾਨੂੰ ਕੀ ਦੇਈਏ। ਤੇ ਗੁਰਮੁਖੋ ਉਸ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ ਨੇ ਆਪਣੀ ਝੋਲੀ ਕਲਗੀ ਵਾਲੇ ਪਾਤਸ਼ਾਹ ਦੇ ਸਾਹਮਣੇ ਫੈਲਾ ਕੇ ਇਹ ਸ਼ਬਦ ਕਹੇ ਸਨ ਕਿ ਸਤਿਗੁਰੂ ਜੇਕਰ ਗਰੀਬ ਤੇ ਕਿਰਪਾ ਕਰਨ ਲੱਗੇ ਹੋ ਤੇ ਕਿਰਪਾ ਕਰਕੇ ਆਪਣੇ ਇਹ ਪਾਵਨ ਕੇਸ ਤੇ ਕੰਘਾ ਇਹ ਮੇਰੀ ਝੋਲੀ ਵਿੱਚ ਪਾ ਦਿਓ। ਮਾਫ ਕਰਨਾ ਗੁਰਮੁਖੋ, ਜੇ ਕੋਈ ਅੱਜ ਵਰਗਾ ਕੋਈ ਸਿੱਖ ਹੁੰਦਾ ਤੇ ਗੁਰੂ ਸਾਹਿਬ ਦੇ ਕੋਲੋਂ ਕੋਈ ਰਾਜ ਭਾਗ ਮੰਗਦਾ, ਕੋਈ ਧੀਆਂ ਪੁੱਤਰ ਮੰਗਦਾ, ਕੋਈ ਵਿਦੇਸ਼ਾਂ ਦੀ ਧਰਤੀ ਤੇ ਜਾਣ ਵਾਸਤੇ ਅਰਦਾਸਾਂ ਕਰਦਾ, ਪਰ ਧੰਨ ਹੈ ਉਹ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ ਜਿਨੇ ਸਤਿਗੁਰਾਂ ਦੇ ਪਾਵਨ ਕੇਸ ਅਤੇ ਕੰਘਾ ਆਪਣੀ ਝੋਲੀ ਵਿੱਚ ਪਵਾਇਆ। ਸਤਿਗੁਰਾਂ ਨੇ ਆਪਣੀ ਇੱਕ ਦਸਤਾਰ ਵੀ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਪਾਈ ਤੇ ਪੀਰ ਬੁੱਧੂ ਸ਼ਾਹ ਜੀ ਇਹ ਵਸਤੂਆਂ ਲੈ ਕੇ ਬੜੇ ਸਨਮਾਨ ਨਾਲ ਆਪਣੇ ਨਗਰ ਸਢੌਰੇ ਨੂੰ ਚਲੇ ਗਏ। ਅੱਗੇ ਉਹਨਾਂ ਦੀ ਬੇਗਮ ਨਸੀਰਾਂ ਰਸਤਾ ਉਡੀਕ ਰਹੀ ਹੈ। ਪੀਰ ਬੁੱਧੂ ਸ਼ਾਹ ਜੀ ਆਪਣੇ ਘਰ ਦੇ ਅੰਦਰ ਲੰਘ ਗਏ, ਦੋ ਪੁੱਤਰ ਲੰਘ ਗਏ, ਕੁਝ ਬਚੇ ਹੋਏ ਮੁਰੀਦ ਅੰਦਰ ਲੰਘ ਗਏ, ਬੇਗਮ ਨਸੀਰਾਂ ਹਾਲੇ ਵੀ ਬਾਹਰ ਖੜੀ ਹੈ। ਪੀਰ ਜੀ ਆਵਾਜ਼ ਦਿੰਦੇ ਨੇ, ਬੇਗਮ ਅੰਦਰ ਆ ਜਾਓ। ਬੇਗਮ ਨਸੀਰਾਂ ਕਹਿਣ ਲੱਗੀ, ਪੀਰ ਜੀ ਗਏ ਸੋ ਤੇ ਪੁੱਤ 4 ਸਨ, ਆਇਓ ਤੇ ਪੁੱਤ 2 ਨੇ, 2 ਕਿੱਥੇ ਨੇ? ਪੀਰ ਬੁੱਧੂ ਸ਼ਾਹ ਨੇ ਆਪਣੀ ਝੋਲੀ ਆਪਣੀ ਬੇਗਮ ਨਸੀਰਾਂ ਦੇ ਸਾਹਮਣੇ ਫੈਲਾ ਕੇ ਇਹ ਸ਼ਬਦ ਕਹੇ, ਬੇਗਮ ਮੈਂ ਤੇਰੇ 2 ਪੁੱਤ ਆਪਣੇ ਮਹਿਬੂਬ ਦੀਆਂ ਜ਼ੁਲਫਾਂ ਤੋਂ ਕੁਰਬਾਨ ਕਰ ਆਇਆ। ਤੇਰੇ 2 ਪੁੱਤ ਕਲਗੀ ਵਾਲੇ ਪਾਤਸ਼ਾਹ ਦੀ ਦਰਗਾਹ ਵਿੱਚ ਪ੍ਰਵਾਨ ਹੋਏ ਨੇ। ਬੇਗਮ ਨਸੀਰਾਂ ਰੋਣ ਲੱਗ ਪਈ। ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਬੇਗਮ ਰੋ ਨਾ, ਤੇਰੇ ਪੁੱਤ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋਏ ਨੇ। ਬੇਗਮ ਨਸੀਰਾਂ ਅੰਦਰ ਲੰਘ ਗਈ, ਕੰਧ ਨਾਲ ਢਾਸਣਾ ਲਾ ਕੇ ਬਹਿ ਗਈ। ਉਂਗਲਾ ਆਇਆ, ਸੁਪਨੇ ਵਿੱਚ ਕਲਗੀਧਰ ਪਾਤਸ਼ਾਹ ਹਾਜ਼ਰ ਹੋ ਕੇ ਕਹਿੰਦੇ ਨੇ, ਬੇਟਾ ਰੋ ਨਾ, ਤੇਰੇ ਪੁੱਤ ਸਾਡੇ ਘਰ ਵਿੱਚ ਪ੍ਰਵਾਨ ਹੋਏ ਨੇ। ਜਾਗ ਆਈ ਤੇ ਬੇਗਮ ਨਸੀਰਾਂ ਫੇਰ ਰੋਣ ਲੱਗ ਪਈ। ਪੀਰ ਬੁੱਧੂ ਸ਼ਾਹ ਫੇਰ ਕਹਿਣ ਲੱਗੇ, ਬੇਗਮ ਰੋ ਨਾ, ਤੇਰੇ ਪੁੱਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਹੋਏ ਨੇ। ਬੇਗਮ ਨਸੀਰਾਂ ਕਹਿਣ ਲੱਗੀ, ਪੀਰ ਜੀ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਮੇਰੇ ਪੁੱਤ ਸ਼ਹੀਦ ਕਰਵਾਏ ਹੋ, ਮੈਂ ਤੇ ਇਸ ਕਰਕੇ ਰੋਨੀ ਆ ਜਿਹੜੇ 2 ਬੱਚੇ ਨੇ ਇਹ ਵੀ ਸ਼ਹੀਦ ਕਰਵਾ ਦਿੰਦੇ ਹੋ, ਮੇਰੇ ਇਹ 2 ਪੁੱਤ ਵੀ ਕਲਗੀਧਰ ਪਾਤਸ਼ਾਹ ਦੇ ਘਰ ਪ੍ਰਵਾਨ ਹੋ ਜਾਂਦੇ। पीर बुद्धू शाह जी कहने लगे, देख बेगम आज फिर हसन हुसैन का लहू तौहीद के गुलिस्तान का पहरेदार बन गया। देख बेगम मेरे नसीब कितना काम कर गए कि आज गुरु गोबिंद मेरा यार बन गया। कहते मैं अपने पुत कुर्बान करके ते कलगीधर पातशाह दे कोलों उहदियां जुल्फां अपनी झोली विच पवा के ते कलगीधर पातशाह दे नाल गुरु गोबिंद सिंह दे नाल मैं मित्रताई पाई है। गुरमुखो ये केस सानू ये सिक्ख्या देंदे ने कि एक मुसलमान फकीर जिन्हें अपने पुत कुर्बान करके ते कलगीधर पातशाह दे पावन केस अपनी झोली विच पवाए सन और अज गुरसंगत जी आप केस करते आए हो। होले महल्ले का पावन त्यौहार है और ये पावन त्यौहार कलगीधर पातशाह ने अपने प्यारे खालसे नूं बख्शिश कीता है और सतगुरां दे बचन सन कि जदों खालसा पंथ होले महल्ले ते आनंदपुर साहिब एकत्र होया करेगा उस खालसे दे विच असीं आप हाज़र होया करांगे। जेड़े कोई साडे बच्चे ਜਿਹੜੇ ਸਾਡੇ ਬੱਚੇ ਸਾਡੇ ਵੀਰ ਆਪਣੇ ਰੋਮਾਂ ਦੀ ਬੇਅਦਬੀ ਕਰਦੇ ਨੇ, ਆਪਣੀ ਦਾੜੀ ਕੱਟਦੇ ਨੇ, ਆਪਣੇ ਕੇਸ ਕੱਟਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਕੇਸ ਗੜ੍ਹ ਤੇ ਆਏ ਹੋ। ਗੁਰਮੁਖੋ ਸਤਿਗੁਰਾਂ ਨੇ ਇਸ ਤਖਤ ਦਾ ਨਾਮ ਕੇਸਗੜ੍ਹ ਰੱਖਿਆ, ਕੋਈ ਕਿਰਪਾਨ ਗੜ੍ਹ ਜਾਂ ਕੰਘਾ ਗੜ੍ਹ ਕੜਾ ਗੜ੍ਹ ਨਹੀਂ ਰੱਖਿਆ।
ਕੇਸਗੜ੍ਹ ਇਸ ਕਰਕੇ ਰੱਖਿਆ ਕਿ ਕੇਸ ਸਿਰਮੌਰ ਨੇ ਔਰ ਕੇਸ ਗੁਰੂ ਦੀ ਮੋਹਰ ਹੈ। ਜਿਸ ਕਾਗਜ਼ ਦੇ ਉੱਤੇ ਮੋਹਰ ਨਾ ਲੱਗੀ ਹੋਵੇ, ਭਾਵੇਂ ਜਿੰਨਾ ਮਰਜ਼ੀ ਕੀਮਤੀ ਕਾਗਜ਼ ਹੋਵੇ, ਉਹਦੀ ਮਾਰਕੀਟ ਦੇ ਵਿੱਚ ਕੋਈ ਕੀਮਤ ਨਹੀਂ ਜਿੰਨਾ ਚਿਰ ਉਹਦੇ ਉੱਪਰ ਮੋਹਰ ਨਾ ਲੱਗੀ ਹੋਵੇ। ਜਦੋਂ ਮੋਹਰ ਲੱਗ ਜਾਏ ਤੇ ਗੁਰਮੁਖੋ ਫੇਰ ਉਸ ਕਾਗਜ਼ ਦੀ ਮਾਰਕੀਟ ਦੇ ਵਿੱਚ, ਬਾਜ਼ਾਰ ਵਿੱਚ, ਦਫ਼ਤਰਾਂ ਦੇ ਵਿੱਚ ਕੀਮਤ ਪੈ ਜਾਂਦੀ ਹੈ, ਕਿਉਂਕਿ ਉਹਦੇ ਉੱਪਰ ਮੋਹਰ ਹੋ ਕੇ ਉਹ ਇੱਕ ਪ੍ਰਵਾਨਿਤ ਪੇਪਰ ਬਣ ਜਾਂਦਾ ਹੈ। ਇਸ ਕਰਕੇ ਕੇਸ ਗੁਰੂ ਕੀ ਮੋਹਰ ਨੇ, ਕੇਸਾਂ ਦੀ ਬੇਅਦਬੀ ਨਾ ਕਰਿਆ ਕਰੀਏ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਹੈ ਵਡਭਾਗੇ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਛਕੀ ਉਹਨਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਤਖਤ ਸਾਹਿਬ ਵਿਖੇ ਹੋਲੇ ਮਹੱਲੇ ਦੇ ਦਿਨਾਂ ਵਿੱਚ ਅੰਮ੍ਰਿਤ ਸੰਚਾਰ ਹੋਣਾ ਹੈ। ਸਣ ਕੇਸੀ ਇਸ਼ਨਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਕਕਾਰ ਧਾਰਨ ਕਰਕੇ ਠੀਕ 12 ਵਜੇ ਦੁਪਹਿਰ ਨੂੰ ਹਾਜ਼ਰ ਹੋ ਕੇ ਪੰਜ ਪਿਆਰੇ ਸਾਹਿਬਾਨ ਪਾਸੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੀਏ। ਸਮੁੱਚੀ ਸੰਗਤ ਨੂੰ ਬੇਨਤੀ ਹੈ, ਆਪ ਆਪਣੇ ਦੋਸਤਾਂ, ਮਿੱਤਰਾਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੂੰ ਜਾ ਕੇ ਇਹ ਜ਼ਰੂਰ ਕਹਿਓ ਕਿ ਆਨੰਦਪੁਰ ਸਾਹਿਬ ਜਾਣ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ। ਤੁਸੀਂ ਸਾਰੇ ਲੰਘ ਕੇ ਆਇਓ, ਰਸਤਿਆਂ ਤੋਂ ਲੰਘ ਕੇ ਆਇਓ, ਕਿਸੇ ਪ੍ਰਕਾਰ ਦਾ ਕੋਈ ਟੈਸਟ ਨਹੀਂ ਕੀਤਾ ਜਾ ਰਿਹਾ, ਕਿਸੇ ਪ੍ਰਕਾਰ ਦੀ ਕੋਈ ਪ੍ਰਸ਼ਾਸਨ ਵੱਲੋਂ ਸੰਗਤ ਉੱਤੇ ਪਾਬੰਦੀ ਨਹੀਂ ਲਾਈ ਗਈ। ਪਰ ਕੁਝ ਸ਼ਰਾਰਤੀ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਜ਼ਰੂਰ ਪਾਇਆ ਕਿ ਕੇਸਗੜ੍ਹ ਸਾਹਿਬ ਜਾਣਾ ਹੋਵੇ ਤੇ 72 ਘੰਟੇ ਪਹਿਲਾਂ ਦਾ ਟੈਸਟ ਹੋਣਾ ਜ਼ਰੂਰੀ ਹੈ। ਉੱਥੇ ਟੈਸਟ ਕੀਤੇ ਜਾ ਰਹੇ ਨੇ, ਉੱਥੇ ਰੋਕਾਂ ਪਾਈਆਂ ਜਾ ਰਹੀਆਂ। ਗੁਰਮੁਖੋ ਤਖਤ ਸਾਹਿਬ ਤੇ ਆਉਣ ਵਾਸਤੇ ਪ੍ਰਸ਼ਾਸਨ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਰੋਕ ਟੋਕ ਨਹੀਂ। ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਪਰਸੋਂ 29 ਤਰੀਕ ਨੂੰ ਦੁਪਹਿਰ ਦੇ 12 ਵਜੇ ਤਖਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਅਰਦਾਸ ਕਰਕੇ ਨਗਾਰਿਆਂ ਤੇ ਚੋਟਾਂ ਲਾ ਕੇ ਮਹੱਲੇ ਦੀ ਆਰੰਭਤਾ ਕੀਤੀ ਜਾਣੀ ਹੈ। ਜਿਸ ਮਹੱਲੇ ਦੇ ਕਲਗੀਧਰ ਪਾਤਸ਼ਾਹ ਆਪ ਸ਼ਾਮਲ ਹੋਣਗੇ। ਆਪ ਕਿਰਪਾ ਕਰਕੇ ਸਤਿਗੁਰਾਂ ਵੱਲੋਂ ਬਖਸ਼ੇ ਹੋਏ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਾਜ਼ਰ ਹੋ ਕੇ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨ ਦਾ ਆਪਾਂ ਸਾਰੇ ਯਤਨ ਕਰੀਏ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਇੱਕ ਇੱਕ ਕਦਮ ਚੱਲ ਕੇ ਆਇਆ ਹੋਇਆ ਸਾਡੇ ਸਿਰ ਮੱਥੇ ਤੇ ਹੈ। ਕੇਸਗੜ੍ਹ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਸਾਰੀ ਸੰਗਤ ਗੁਰੂ ਖਾਲਸਾ ਜੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਜਿੰਨਾ ਮਰਜ਼ੀ ਕੀਮਤੀ ਕਾਗਜ਼ ਹੋਵੇ, ਉਹਦੀ ਮਾਰਕੀਟ ਦੇ ਵਿੱਚ ਕੋਈ ਕੀਮਤ ਨਹੀਂ ਜਿੰਨਾ ਚਿਰ ਉਹਦੇ ਉੱਪਰ ਮੋਹਰ ਨਾ ਲੱਗੀ ਹੋਵੇ। ਜਦੋਂ ਮੋਹਰ ਲੱਗ ਜਾਏ ਤੇ ਗੁਰਮੁਖੋ ਫੇਰ ਉਸ ਕਾਗਜ਼ ਦੀ ਮਾਰਕੀਟ ਦੇ ਵਿੱਚ, ਬਾਜ਼ਾਰ ਵਿੱਚ, ਦਫ਼ਤਰਾਂ ਦੇ ਵਿੱਚ ਕੀਮਤ ਪੈ ਜਾਂਦੀ ਹੈ, ਕਿਉਂਕਿ ਉਹਦੇ ਉੱਪਰ ਮੋਹਰ ਹੋ ਕੇ ਉਹ ਇੱਕ ਪ੍ਰਵਾਨਿਤ ਪੇਪਰ ਬਣ ਜਾਂਦਾ ਹੈ। ਇਸ ਕਰਕੇ ਕੇਸ ਗੁਰੂ ਕੀ ਮੋਹਰ ਨੇ, ਕੇਸਾਂ ਦੀ ਬੇਅਦਬੀ ਨਾ ਕਰਿਆ ਕਰੀਏ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਹੈ ਵਡਭਾਗੇ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਛਕੀ ਉਹਨਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਤਖਤ ਸਾਹਿਬ ਵਿਖੇ ਹੋਲੇ ਮਹੱਲੇ ਦੇ ਦਿਨਾਂ ਵਿੱਚ ਅੰਮ੍ਰਿਤ ਸੰਚਾਰ ਹੋਣਾ ਹੈ। ਸਣ ਕੇਸੀ ਇਸ਼ਨਾਨ ਕਰਕੇ, ਸਵੱਛ ਵਸਤਰ ਧਾਰਨ ਕਰਕੇ, ਕਕਾਰ ਧਾਰਨ ਕਰਕੇ ਠੀਕ 12 ਵਜੇ ਦੁਪਹਿਰ ਨੂੰ ਹਾਜ਼ਰ ਹੋ ਕੇ ਪੰਜ ਪਿਆਰੇ ਸਾਹਿਬਾਨ ਪਾਸੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੀਏ।